NTSC ਦੀ ਤਿਆਰੀ ਕਰ ਰਹੇ ਬੱਚਿਆਂ ਲਈ ਮੈਂ ਲੈ ਕੇ ਆਇਆ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਆ ਡਾਈਸ। ਹਾਂਜੀ, ਡਾਈਸ ਸਾਰਿਆਂ ਨੇ ਦੇਖੀ ਹੋਊਗੀ। ਹਾਂਜੀ, ਡਾਈਸ ਕੀ ਆ? ਇਹਦੇ 6 ਫੇਸ ਹੁੰਦੇ ਆ, 6 ਫੇਸਿਸ ਹੁੰਦੇ ਆ। 1 2 3 4 5 ਤੇ 6। ਹਰੇਕ ਫੇਸ ਦੇ ਉੱਤੇ ਕੋਈ ਨੰਬਰ ਜਾਂ ਕੋਈ ਕਰੈਕਟਰ ਅਸਾਈਨ ਹੁੰਦਾ, ਲਿਖਿਆ ਹੁੰਦਾ ਜਾਂ ਉਕਰਿਆ ਹੁੰਦਾ ਵਾ। ਤੇ ਜਿਹੜਾ ਹਰੇਕ ਫੇਸ ਆ ਉਹਦੇ ਇੱਕ ਪਾਰਟੀਕੂਲਰ ਫੇਸ ਦੀ ਗੱਲ ਕਰੀਏ, ਉਹਦੇ 4 ਜਿਹੜੇ ਆਸੇ ਪਾਸੇ ਵਾਲੇ ਫੇਸ ਹੁੰਦੇ ਆ ਉਹਨਾਂ ਨੂੰ ਕਹਿੰਦੇ ਐਡਜਸਟੈਂਟ ਫੇਸ। ਉਹਨਾਂ ਦਾ ਇੱਕ ਜਿਹੜਾ ਐਜ ਆ ਉਹ ਕਾਮਨ ਹੁੰਦਾ ਤੇ ਇੱਕ ਫੇਸ ਜਿਹੜਾ ਹੁੰਦਾ ਵਾ ਆਪੋਜਿਟ ਹੁੰਦਾ ਵਾ, ਜਿਹਨੂੰ ਕਹਿੰਦੇ ਆਪਾਂ ਉਲਟਾ ਪਾਸਾ। ਹਰੇਕ ਫੇਸ ਦੇ 4 ਹੁੰਦੇ ਐਡਜਸਟੈਂਟ ਫੇਸ ਤੇ ਇੱਕ ਹੁੰਦਾ ਆਪੋਜਿਟ ਫੇਸ। ਤੇ ਜਦੋਂ ਆਪਾਂ ਕਿਸੇ ਵੀ ਐਂਗਲ ਤੋਂ ਦੇਖਦੇ ਆ ਤਾਂ ਆਪਾਂ ਨੂੰ 3 ਫੇਸ ਦਿਖਦੇ ਆ। ਕਿਸੇ ਵੀ ਐਂਗਲ ਵੱਧ ਤੋਂ ਵੱਧ ਕਿੰਨੇ ਫੇਸ ਦਿਖਦੇ ਆ? 3। ਤੇ ਕਦੇ ਵੀ ਜਿੱਦਾਂ 6 ਦਾ ਆਪੋਜਿਟ ਫੇਸ ਕਿਹੜਾ? ਇੱਧਰ 6 ਆ, 6 ਦਾ ਆਪੋਜਿਟ ਉਲਟ ਪਾਸਾ ਕਿਹੜਾ? 5। 4 ਦਾ ਉਲਟ ਪਾਸਾ ਕਿਹੜਾ ਵਾ? 2। 1 ਦਾ ਆਪੋਜਿਟ ਕਿਹੜਾ ਵਾ? 3। ਕਦੇ ਵੀ ਕਿਸੇ ਵੀ ਵਿਊ ਦੇ ਵਿੱਚ ਉਲਟ ਪਾਸੇ ਨਹੀਂ ਦੇਖ ਸਕਦੇ। ਕਿਹੜੇ ਦਿਸਣਗੇ? ਐਡਜਸਟੈਂਟ ਫੇਸ ਦਿਸਣਗੇ। ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਡਾਈਸ ਨਾਲ ਸੰਬੰਧਿਤ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ। ਹਾਂਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜਨਰਲ ਡਾਈਸ ਬਾਰੇ। ਜਨਰਲ ਡਾਈਸ ਇਹ ਕੀ ਆ? ਜਨਰਲ ਡਾਈਸ ਨਾਲ ਰਿਲੇਟਡ ਸਵਾਲ। ਜਨਰਲ ਡਾਈਸ ਕੀ ਆ? ਜਿੱਦਾਂ ਇਹ ਮੈਂ ਡਾਈਸ ਤਿਆਰ ਕੀਤੀ ਆ, ਇਹਦੇ ਵਿੱਚ ਨੰਬਰ ਲਿਖਿਆ 1 ਤੋਂ ਲੈ ਕੇ 6 ਤੱਕ। ਜਨਰਲ ਡਾਈਸ ਦੇ ਵਿੱਚ ਕੀ ਹੋਊਗਾ? ਕੋਈ ਆਰਡਰ ਨਿਸ਼ਚਿਤ ਨਹੀਂ ਹੋਊਗੀ, ਕੋਈ ਆਰਡਰ ਨਿਸ਼ਚਿਤ ਨਹੀਂ ਹੋਣੀ। ਇਹ ਨਹੀਂ ਵੀ ਜਿਵੇਂ ਇੱਥੇ 5 ਦੇ ਆਪੋਜਿਟ ਕਿੰਨਾ ਲਿਖਿਆ? 6, ਤੇ ਹਰੇਕ ਡਾਈਸ ਦੇ ਵਿੱਚ 5 ਦੇ ਆਪੋਜਿਟ 6 ਹੀ ਹੋਊਗਾ। ਇਹ ਜ਼ਰੂਰੀ ਨਹੀਂ। ਤੇ ਜਿਹੜੇ ਕਰੈਕਟਰ ਵੀ ਆ ਉਹ ਵੀ ਡੈਫੀਨੇਟ ਨਹੀਂ ਹੋਣੇ। ਜਿਹੜੇ ਕਰੈਕਟਰ ਆ ਜਿੱਦਾਂ ਮੈਂ ਲਿਖਿਆ 1 ਤੋਂ ਲੈ ਕੇ 6 ਤੱਕ, ਹੋ ਸਕਦਾ ਮੈਂ ਵਰਤ ਲਾਂ A B C D E F, ਯਾਨੀ ਕਿ ਲੈ ਸਕਦੇ ਹਾਂ ਪਲੱਸ ਮਾਈਨਸ ਡਿਵਾਈਡ ਮਲਟੀਪਲਾਈ ਸਕੇਅਰ ਰੂਟ ਲੈਸ ਦੈਨ। ਇਹ ਕਰੈਕਟਰ ਵੀ ਲੈ ਸਕਦੇ ਹਾਂ। ਯਾਨੀ ਕਿ ਨਾ ਤਾਂ ਆਰਡਰ ਨਿਸ਼ਚਿਤ ਆ, ਨਾ ਕਿ ਜਿਹੜਾ ਕਰੈਕਟਰ ਨਿਸ਼ਚਿਤ। ਹੁਣ ਇਹਦੇ ਜਿਹੜੇ ਕੁਐਸਚਨ ਆਉਂਦੇ ਆ ਉਹ ਕਿਸ ਟਾਈਪ ਦੇ ਆਉਂਦੇ ਆ, ਕਿਸ ਤਰ੍ਹਾਂ ਆਉਣਗੇ? ਹੁਣ ਪਹਿਲੀ ਟਾਈਪ ਆ, ਆਪਾਂ ਨੂੰ 2 ਵਿਊ ਦੇਣਗੇ, 2 ਡਾਇਗਰਾਮ ਦੇਣਗੇ। ਪਹਿਲੀ ਕੁਐਸਚਨ ਜਿਹੜੀ ਸਭ ਨਾਲੋਂ ਇੰਪੋਰਟੈਂਟ ਆ, ਉਹਦੇ ਵਿੱਚ ਦੋ ਡਾਇਗਰਾਮ ਹੋਣਗੀਆਂ। ਇਹਦੇ ਵਿੱਚ ਇੱਕ ਨੰਬਰ ਜਾਂ ਕਰੈਕਟਰ ਕਾਮਨ ਹੋਊਗਾ। ਆਪਾਂ ਨੂੰ ਦੱਸਣਾ ਹੋਊਗਾ ਉਲਟ ਪਾਸਾ ਕਿਹੜਾ। ਜਿੱਦਾਂ ਆਪਾਂ ਸਪੋਜ਼ ਕਰ ਲਓ ਇੱਥੇ ਲਿਖਤਾ 1 3 5। ਆਪਾਂ ਨੂੰ ਜਿਹੜੀ ਡਾਇਗਰਾਮ ਦਿੱਤੀ ਆ ਉਹਦੇ ਵਿੱਚ 3 ਫੇਸ ਦਿਸ ਰਹੇ ਆ, 1 3 ਤੇ 5। ਦੂਸਰੀ ਡਾਇਗਰਾਮ ਕਿਹੜੀ ਆ? ਉਹਦੇ ਵਿੱਚ ਦਿਸ ਰਹੇ ਆਪਾਂ ਨੂੰ 1 2 ਤੇ 4। ਹੁਣ ਇਹਦੇ ਵਿੱਚ ਜਿਹੜੇ ਕੁਐਸਚਨ ਸਭ ਨੂੰ ਇੰਪੋਰਟੈਂਟ ਆ, ਇਹ ਜਿਹੜੀ ਟਾਈਪ ਆ, ਇਹਦੇ ਵਿੱਚ ਕੀ ਦੱਸਣਾ ਹੋਊਗਾ ਵੀ ਆਪਾਂ 1 ਦੇ ਉਲਟ ਕਿਹੜਾ ਵਾ, 2 ਦੇ ਉਲਟ ਕਿਹੜਾ, 3 ਦੇ ਉਲਟ ਕਿਹੜਾ, 4 ਦੇ ਉਲਟ ਕਿਹੜਾ। ਘੁਮਾ ਫਿਰਾ ਕੇ ਕੁਐਸਚਨ ਉਲਟ ਪਾਸੇ ਦਾ ਹੀ ਆਉਣਾ ਹੁੰਦਾ ਵੀ 1 ਦੇ ਆਪੋਜਿਟ ਕੀ ਆ, 2 ਦੇ ਆਪੋਜਿਟ ਕੀ ਆ। ਹੁਣ ਆਪਾਂ ਇਹ ਕਰਨ ਦਾ ਢੰਗ ਕੀ ਆ? ਅਸੀਂ ਜਿਸ ਹਿਸਾਬ ਨਾਲ ਕਲੌਕ ਘੁੰਮਦਾ ਹੁੰਦਾ ਇਹਨੂੰ ਕਲੌਕਵਾਈਜ਼ ਡਾਇਰੈਕਸ਼ਨ ਕਹਿ ਦਿੰਦੇ ਆ, ਤੇ ਇਦੋਂ ਉਲਟ ਡਾਇਰੈਕਸ਼ਨ ਨੂੰ ਕੀ ਕਹਿੰਦੇ ਆ? ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਅਸੀਂ ਕੀ ਕਰਨਾ, ਜਿਹੜਾ ਕਾਮਨ ਆ ਇੱਕ, ਇਹਦੇ ਵਿੱਚ ਕੀ ਹੋਊਗਾ? ਇੱਕ ਨੰਬਰ ਜਾਂ ਇੱਕ ਕਰੈਕਟਰ ਕਾਮਨ ਹੋਊਗਾ, ਉਹਨੂੰ ਧਿਆਨ ਨਾਲ ਦੇਖਣਾ ਵਾ। ਉਹਨੂੰ ਧਿਆਨ ਨਾਲ ਦੇਖਦੇ ਕੀ ਕਰਨਾ ਵਾ? ਲਿਖ ਲਓ ਕਿਸੇ ਹਿਸਾਬ ਨਾਲ। ਜੇ ਤਾਂ ਆਪਾਂ ਕਲੌਕਵਾਈਜ਼ ਚੱਲਣਾ ਵਾ ਤਾਂ ਇੱਧਰ ਵੀ ਕਲੌਕਵਾਈਜ਼ ਚੱਲਣਾ ਪਊਗਾ। ਜੇ ਆਪਾਂ ਇੱਧਰ ਐਂਟੀ ਕਲੌਕਵਾਈਜ਼ ਚੱਲਣਾ ਵਾ ਤੇ ਉੱਧਰ ਵੀ ਕੀ ਚੱਲਣਾ ਪਊਗਾ? ਐਂਟੀ ਕਲੌਕਵਾਈਜ਼। ਚਲੋ ਮੈਂ ਦੱਸਦਾ। ਇੱਥੇ ਇੱਕ ਜਿਹੜਾ ਕਾਮਨ ਆ ਪਹਿਲਾਂ ਲਿਖੋ। 1 ਤੋਂ ਮੈਂ ਕਲੌਕਵਾਈਜ਼ ਚੱਲ ਰਿਹਾ, 1 ਤੋਂ ਅੱਗੇ ਕੀ ਆਊਗਾ? 10, 10 ਤੋਂ ਅੱਗੇ ਕੀ ਆਉਣਾ ਵਾ? 5। 1 ਤੋਂ ਅੱਗੇ ਕੀ ਆਇਆ? 1 3 ਤੇ 5। ਡਾਇਰੈਕਸ਼ਨ ਕਿਹੜੀ ਆ ਮੇਰੀ? ਕਲੌਕਵਾਈਜ਼ ਆ। ਹੁਣ ਇੱਧਰ ਵੀ ਮੈਂ ਪਹਿਲਾਂ ਲਿਖੂੰਗਾ 1, 1 ਤੋਂ ਅੱਗੇ ਕੀ ਆ? ਹੁਣ 1 ਤੋਂ ਅੱਗੇ
मैं क्यों क्लॉकवाइज घूमना, एक तो अगे की आ 2 ਤੇ उस तो अगे की आ 4, यानी कि आ गलती नहीं करनी भी आप 1 4 2, ये की हो जाऊगा गलत हो जाऊगा। ਹੁਣ ਇਹਦੇ ਵਿੱਚ ਇੱਕ ਦੇ ਆਪੋजिट देखना ਆਪਾਂ, आह 2 ਤੇ 3 एक दूजे के ਆਪੋजिट होणगे, इदा ही 4 ਤੇ 5 भी एक दूजे के ਆਪੋजिट होणगे। फिर एक दे ਆਪੋजिट की रह गया, एक दे ਆਪੋजिट की रह गया 6, इत्थे की लिख लो 6, यानी कि तुहानू क्वेश्चन की आ सकता, एक दे ਆਪੋजिट की आ 6 आ, 2 दे ਆਪੋजिट की आ 3 आ, 4 दे ਆਪੋजिट की आ 5, 5 दे ਆਪੋजिट 4, 6 दे ਆਪੋजिट 1। घुमा फिरा के क्वेश्चन कई बार होर ढंग नाल भी पा दिंदे आ, जिद्दां क्वेश्चन पा सकदे आ असीं डाइस दे उपरले पासे टॉप दे उत्ते 3 है ते बॉटम दे दसो, वो भी एक किस्म का आपोजिट ही पुछ रहे हैं, कितना आऊगा 2। होर क्वेश्चन की कर सकते हैं, कह सकते हैं कि 5 का जिहड़ा एडजस्टेंट फेस आ हेठ लिखिया विचों किहड़ा नहीं है, 5 का जिहड़ा वा बाकी सारे एडजस्टेंट होणगे, एक आपोजिट होऊगा, किहड़ा नहीं एडजस्टेंट होऊगा 4। कुल मिला के की पूछणगे भी 5 का ਆਪੋजिट की है। होर क्वेश्चन बहुत टाइप के बन सकते हैं भी एक नॉर्थ विच आ, ਜਦੋਂ ਅਸੀਂ डाइस विच देखिया एक नॉर्थ विच आ ते साउथ विच दसो की है, यानी कि कुल मिला के ਉਹਦੇ ਵਿੱਚ भी एक का ਆਪੋजिट ਕਿਹੜਾ ਵਾ 6। हाँ जी, उम्मीद है समझ आ गई होगी। ਇਹਦੀ यानी कि सब नालों इंपोर्टेंट टॉपिक ये आ, ये टाइप आ, ਇਹਦੀ बहुत प्रैक्टिस करनी है। यानी कि गलती इदा हो जाती है भी एक पासे आप क्लॉकवाइज घुमा दें, दूजे पासे कई बार एंटी क्लॉकवाइज घुमा दें। जैसी प्रैक्टिस एक तरह ही करनी है, जो क्लॉकवाइज कर लो तो क्लॉकवाइज ही करो, जो एंटी क्लॉकवाइज करनी है तो एंटी क्लॉकवाइज करो। चलो एक सवाल होर लेने ये नाल दा। हाँ जी, इस टाइप के की होगा, एक करैक्टर एक नंबर की होगा कॉमन होगा, हाँ जी सच गल है 2 3 4। इतने प्लेने 4 1 5। सब तो पहले असीं देखना कि किहड़ा करैक्टर आ किहड़ा नंबर आ कॉमन आ, तो इस टाइप के एक नंबर कॉमन होना चाहिए वा, किहड़ा वा अपने कोले 4। पहला लिखो 4, तुहानूं दस्सिया भी क्लॉकवाइज ही घुमा दो, कितना आऊगा 4, 4 तो अगे क्या होगा 2, 2 तो अगे कितना होना 3। इसी तरह उधर देखो, इधर भी इस तरह घुमाओ, कितना आ गया 4 1 ते 5। हुण क्लीयर है, एक दे आपोजिट किहड़ा वा 2 आ, 3 दे आपोजिट 5 आ, ते 4 दे आपोजिट किहड़ा रह गया 6। हाँ जी, हुण दूसरी टाइप की गल करते हैं, उहदे विच की होऊगा भी 2 नंबर जिहड़े होणगे, 2 करैक्टर की होणगे कॉमन होणगे। हाँ जी फर्ज कर लो, इत्थे 2 4 3 2 करैक्टर 2 नंबर की होणगे कॉमन, इत्थे ला लैने 2 4 ते 5। इहदे विच की होणगे 2 देखिया 4 देखिया 3 ते 5, जिहड़ा रह गया 2 नाल 2 कट्टिया जाऊगा, 4 नाल 4 कट्टिया जाऊगा, जिहड़ा 3 ते 5 रह गया वो एक दूजे के आपोजिट होणगे। तुहानूं क्वेश्चन की आ सकता है यह डायग्राम देख के भी 3 के आपोजिट दसो की है, 3 के आपोजिट की आ 5। दूजा क्वेश्चन की बन सकता 5 के आपोजिट की आ 3। होर क्वेश्चन की कई बार कह दिंदे हुंदे आ 2 के आपोजिट दसो की है, 2 के आपोजिट की आ, इत्थे कई बार गलती हो जाती है, 2 के आपोजिट की है 3 ते 5 का पता लग गया, 2 के आपोजिट की है 4 तो है एडजस्टेंट, ते बाकी किहड़े रह गए 1 ते 6, यानी कि 1 भी हो सकता 6 भी हो सकता, यानी कि सानू पक्का पता नहीं लगता ना 2 का, बाकी किसी का भी यानी कि डेफिनेट सानू नहीं पता लगना। जे तो साडे कोले ऑप्शन हुई 1 और 6, पहली ऑप्शन असीं ये टेक करांगे। जे नहीं गी 2 का आपोजिट पूछा वा तुहाडे तों क्वेश्चन में 2 का आपोजिट दसो, एक ऑप्शन ये भी हो सकती है कैन नॉट बी डिटर्मिन, भी पता नहीं कर सकते, भी ये वास्ते पता नहीं कर सकते। इदां ही जे हुण क्वेश्चन आउंदा 1 का आपोजिट की है 1 का आपोजिट, 3 ते 5 का सानू डेफिनेट पता लग गया, 1 का आपोजिट की है
ये भी कितना होगा भी यानी कि कैनॉट डिटरमन तो आप ऑप्शन ला भी पता आप नहीं कर जानी कि डेफिनेट नहीं पता कर सकते। ठीक है हुण यही एक होर टाइप आ जाती है हुणे हुणे एक BPO प्रिंसीपल की भर्ती संबंधी टेस्ट होया सी उहदे विच भी पेपर आया उस पेपर में एक क्वेश्चन आया सी वो डिस्कस करते हैं। तीजी टाइप की है यानी कि आपां नूं व्यू आ जिहड़े दो तो वध देणगे किन्ने देणगे डायग्राम किन्ने आउणगे दो तो वध उस विच की करना सी मैं उही सवाल चकदा 10 2 4 उहदे विच भी साडा ध्यान असी दो डायग्राम इदां दीआं लभणीआं वा जिहदे विच एक करैक्टर कॉमन होवे एक नंबर कॉमन होवे। हाँ जी 4 डायग्राम दित्तियां सी आपां नूं यानी कि 4 डाइस के व्यू दिते सीगे। पहला सीगा 3 4 2 फिर 4 3 5 5 1 4 2 4 1। हाँ जी इसी हुण आपां इहदे विच की करना कोई इदां दा लभना आपां चारां नूं ध्यान च नहीं रखना गा आपां हरेक दे उल्ट इदां दा लभो भी जिहदे एक करैक्टर कॉमन होवे एक नंबर कॉमन है जिद्दां ये पहली देखी है 3 4 2 आ इह च की आ 5 1 4 आपां इन्हां दो तो देख के ही आपां रिजल्ट कढ सकदे हां। ते किस तरह इन्हां च कॉमन देखो कॉमन नंबर किहड़ा वा 4 उही 4 लिखो 4 तो अगे की आपां किहड़े हिसाब नाल घुमाओ क्लॉकवाइज घुमा दो तुसीं एंटी क्लॉकवाइज भी घुमा सकते हैं पर उधर भी फिर एंटी क्लॉकवाइज घुमाना पऊ। हाँ जी 4 तो अगे की आ 10 10 तो अगे की आ 2 4 तो अगे 10 10 तो अगे 2 4 तो कदों स्टार्ट किया पहला कॉमन सीगा अपना इधर भी 4 4 तो अगे क्लॉकवाइज घुमाओ 4 तो अगे किया 1 1 तो अगे किया हाँ जी 4 1 5 हुण अपोजिट की है 2 दे अपोजिट किहड़ा वा 5 1 दे अपोजिट हैगा 10 ते 4 दे अपोजिट किहड़ा वा यानी कि जिहदे मर्जी अपोजिट क्वेश्चन है उत्थे सीगा कहंदे 3 दे अपोजिट किहड़ा 3 दे अपोजिट किहड़ा वा फिर 1 जी आपां यही नहीं फर्ज कर लो अपने दिमाग में ये नहीं आया फिर आप इत्थे देख लेने 3 4 5 इत्थे की है 1 2 4 इहदे विच भी की है एक इनू भी आपां कंपेयर करके रिजल्ट सेम ही हो यानी कि पहली आपां जिहड़ी सी 3 टाइप्स कर लिया जनरल डाइस दियां जनरल डाइस की आ उहदे विच यानी कि ना तो ऑर्डर फिक्स होगी भी ये नहीं भी एक डाइस विच इत्थे लिखता सीगा जिद्दां मैं 2 का अपोजिट पाता 4 ये जरूरी नहीं भी 2 के अपोजिट हर वक्त 4 ही आऊगा ये बदल सकता तो ये जरूरी नहीं भी इत्थे 1 2 तो लैके 6 तक ही लिखे होण ये नंबर जिहड़े आ प्लस माइनस इदां डिवाइड लैस दैन ग्रेटर दैन लैस दैन इक्वल टू कुछ भी हो सकती है। ठीक है ये जनरल डाइस आ इहदियां आपां टाइप्स किहड़े कीतियां पहले दे विच जिहड़े दो फेस पहला आपां देखिया सी एक फेस कॉमन जिहड़ा आपां बहुत ही इंपॉर्टेंट आ इहदे तो सब कुछ आपां नूं क्लीयर हो जाता भी किहड़ा किहदे अपोजिट आ बाकी सारे हुंदे आ एडजेसेंट फेस। जिहड़ी दूसरी टाइप आ वो किहदे विच सी दो जिहड़े दो फेस होणगे वो की होणगे कॉमन दो फेस होणगे कॉमन ਉਹਦੇ ਵਿੱਚ दो फेस वाले कितना सी जिद्दां एक ਵਿੱਚ ਸੀਗਾ 2 4 3 ਤੇ ਦੂਜੇ ਵਿੱਚ ਸੀਗਾ ਫਰਜ਼ ਕਰ ਲਓ 2 4 5 ਇਹਦੇ ਵਿੱਚ 2 ਤੇ 4 यानी कि 3 ਤੇ 5 ਕੀ ਹੋਣਗੇ ਇੱਕ ਦੂਜੇ ਦੇ ਆਪੋजिट बाकी यानी कि पक्का पता नहीं लगता। हुण तीसरी टाइप किहड़ी सी आपां नूं जिहड़ी डायग्राम देणगे वो एक तो वध देणगे किन्ने देणगे एक तो वध ਉਹਦੇ ਵਾਸਤੇ ਅਸੀਂ ਕੀ ਕਰਨਾ ਅਸੀਂ ਜਿੰਨੀਆਂ ਮਰਜ਼ੀ ਦੇਣ ਭਾਵੇਂ 3 ਦੇਣ ਭਾਵੇਂ ਡਾਇਗਰਾਮ 4 ਹੋਣ ਚਾਹੇ ਡਾਇਗਰਾਮ ਹੋਣ 5 ਅਸੀਂ ਦੋ ਇਦਾਂ ਦੀਆਂ ਲੱਭਣੀਆਂ ਜਿਹਦੇ ਵਿੱਚ ਇੱਕ ਨੰਬਰ ਕਾਮਨ ਹੋ ਅਸੀਂ ਉਹਨਾਂ ਦੋ ਨੂੰ ਦੇਖਣਾ ਬਾਕੀਆਂ ਨੂੰ ਸਮਝੋ ਦੇਖਣਾ ਹੀ ਨਹੀਂ ਅਸੀਂ ਇਹ ਮੰਨਣਾ ਵੀ ਇਹ ਸਟੇਟਮੈਂਟ ਵਿੱਚ ਹੈ ਨਹੀਂ ਉਹਦੇ ਤੋਂ ਅਸੀਂ ਸਾਰੇ ਦੇ ਆਪੋजिट ਲੱਭ ਸਕਦੇ। हाँ जी ये सी जनरल डाइस हुण उस तो बाद जिहड़ी
ਹੋਰ ਤਰ੍ਹਾਂ ਦੀ ਡਾਈਸ ਆ ਜਿਸ ਨਾਲ ਰਿਲੇਟਡ ਸਵਾਲ ਆਉਂਦੇ ਆ, ਓਪਨ ਡਾਈਸ ਜਿਹੜੀ ਆ ਓਪਨ ਡਾਈਸ। ਹਾਂਜੀ ਓਪਨ ਡਾਈਸ ਮੈਂ ਤਿਆਰ ਵੀ ਕੀਤੀ ਹੈ। यानी कि यह डाइस जे आप डाइस बन सकती है तो सवाल ये भी उही भी किहड़ा किहदे अपोजिट ये की है फर्ज कर लो। एक होर है डाइस ये वास्ते मैं इधर लिखा ABCDEF। हुण ये भी फर्ज कर लो आप इदा ये देखना जां तो एक पासे नूं 4 होणगे जां की होणगे एक पासे नूं किन्ने होणगे 3 होणगे। फर्ज कर लो इत्थे आ ते इत्थे लिख लैने ABCD ते E ते F। इहदे विच भी उही सवाल आऊगा भी A दे अपोजिट की है, B दे अपोजिट की है, C दे अपोजिट की है, D दे अपोजिट की है। ये वास्ते की करना तुसी पहला एक ऐ दो नूं नहीं देखना, जिधरले पासे नूं 3 या 4 होईयां पहला उहनूं देखना। और इत्थे की आ इस पासे नूं 4 आ, 4 जिहड़े लेटर आ वो एक लाइन दे विच आ, उहनां नूं देखना। जिहड़ा B आ एक छड्ड के B तो बाद किन्ना वा D, वो एक दूजे दे अपोजिट होणगे। B दा अपोजिट किहड़ा वा D, ते इदां C ते D दा C ते E दा भी एक दा फर्क आ, C ते E भी की होणगे एक दूजे दे अपोजिट। बाकी जिहड़े रह गए A ते F की होणगे एक दूजे दे अपोजिट। यानी कि अपोजिट इहदे विच भी सारे दा सारा क्लीयर हो जांदा। अपोजिट की हो जांदा क्लीयर। हुण इहदे विच एक होर सवाल बन सकदा वा कि जे आपां इहनूं आपां जिद्दां इहनूं आपां फोल्ड करके भी किहड़ी डाइस बन सकदी है, किहड़ी डाइस। हुण फर्ज कर लो मैं इत्थे लिखां, मैं एक डाइस बनाउण लगा इत्थे आ भी दसो ये बन सकती कि नहीं। मैं इत्थे लिख लिया CB ते E। हाँ जी यही डाइस बन सकती है कि नहीं, ये बारे पहला एक बार पता होना चाहिए। हुण देखो B दे अपोजिट की आ D, ते किसी भी डाइस विच B ते D इकट्ठे दिस नहीं सकते। हाँ B ते D चों एक आ, इहदे C ते E अपोजिट आ, C ते E की आ अपोजिट। जो अपोजिट बारे सानू जानकारी मिल गई तो C ते E की आ अपोजिट, इसका मतलब C ते E इकट्ठे नहीं आ सकते, ये हो जाना रॉन्ग, ये नहीं हो सकते। इदां ही तुहानू 4 ऑप्शन हो सकदियां वा, वो कहणगे इहदा किहड़ा पार्ट आ भी जदों इहनूं आपां बनावांगे किहड़ा बॉक्स बनूगा जां किहड़ी डाइस बनूगी, उहदे विचों आपां बाकी ऑप्शन कट कर देंगे, जिहड़ी सही हो ओह रख लांगे। हाँ जी होर एक सवाल देखते हैं इहदे नाल दा। हाँ जी प्लस माइनस डिवाइड मल्टीप्लाई ग्रेटर दैन लेस दैन। हाँ जी ये हाँ जी इस रूट भी देख सकते हैं आप, इस रूट भी देख सकते हैं। तुसीं ट्राई करो जिहड़ी लंबी हुंदी है उस लड़ी नूं चुको। हाँ जी प्लस एक छड्डो किहड़ा आ गया, सीधी लाइन में चलना, इदां नहीं भी ए इत्थे तुसीं गलती कर सकते हैं भी ए तो बाद सी ते चले जाओ, स्ट्रेट लाइन च जाना। किहड़े च जाना स्ट्रेट, प्लस तो अगे प्लस का नाल ही लिख लो। प्लस का अपोजिट की है, प्लस का अपोजिट हैगा डिवाइड, तो फिर माइनस का अपोजिट की है, माइनस का अपोजिट की है मल्टीप्लाई, तो ग्रेटर दैन का अपोजिट की है लेस। यानी कि सारा ये क्लीयर हो जाता वा। हाँ जी इत्थे मैं ये डाइस बनाई सी। हाँ जी ए ते सी अपोजिट आ, बी एफ ते ई अपोजिट आ, बी ते डी अपोजिट आ। हाँ जी क्लीयर आ। ये सी सैकेंड डाइस। ये की आ ओपन डाइस के 2-3 तरह के सवाल आ सकते हैं। हाँ जी ओपन डाइस की एक और उदाहरण लेने हैं। हाँ जी इस अपोजिट दसना बहुत सौखा होंगे। चलो इत्थे ला लेंगे, एक
2 3 4 5 ਤੇ 6। ਪਹਿਲਾਂ ਤਾਂ ਸਭ ਨਾਲੋਂ ਅਸੀਂ ਆਪੋਜੀਟ ਦੇਖੋ, 2 ਦੇ ਆਪੋਜੀਟ ਕਿਹੜਾ ਵਾ 4, 1 ਛੱਡ ਦੇਣਾ। 2 ਦੇ ਆਪੋਜੀਟ 4, 3 ਦੇ ਆਪੋਜੀਟ ਹਾਂਜੀ ਕਲੀਅਰ ਹੈ 5 ਤੇ ਫਿਰ 1 ਦੇ ਆਪੋਜੀਟ ਕਿਹੜਾ ਰਹਿ ਗਿਆ 6। ਹੁਣ ਜੇ ਤਾਂ ਆਪੋਜੀਟ ਕਹਿਣਗੇ, ਕੁਐਸਚਨ ਆ ਗਿਆ ਵੀ 2 ਦੇ ਆਪੋਜੀਟ ਕੀ ਆ, ਅਸੀਂ ਦੱਸ ਦਾਂਗੇ 4, 5 ਦੇ ਆਪੋਜੀਟ ਕੀ ਆ 3। ਇਹ ਤਾਂ ਬਹੁਤ ਈਜ਼ੀ ਯਾਨੀ ਕਿ ਸਵਾਲ ਆ। ਹੁਣ ਹੋਰ ਟਾਈਪ ਕੀ ਆ ਸਕਦੀ ਸੀ ਕਿ ਆਪਾਂ ਨੂੰ 4 ਡਾਇਗਰਾਮ ਦੇਣਗੇ ਵੀ ਇਹਨੂੰ ਫੋਲਡ ਕੀਤਾ, ਵੀ ਦੱਸੋ ਕਿਹੜੀ ਮਤਲਬ ਸਹੀ ਆ, ਵੀ ਕਿਹੜੀ ਆਪਾਂ ਡਾਈਸ ਬਣੀ ਜਾਂ ਕਿਹਦਾ ਵਿਊ ਆ। ਹਾਂਜੀ ਆਪਾਂ ਫਰਜ਼ ਕਰ ਲਓ ਹੈਗਾ ਆਪਣੇ ਕੋਲੇ 2 3 6, ਇੱਕ ਆਪਸ਼ਨ ਇਹ ਹੋ ਗਈ। ਹਾਂਜੀ ਦੂਸਰੀ ਫਰਜ਼ ਕਰ ਲਓ ਹੈਗੀ ਆ 2 1 6। ਹਾਂਜੀ ਤੀਸਰੀ ਆਪਸ਼ਨ हैगी अपने को, कोई भी लो 2 4 1 ਤੇ ਇਹਦੇ ਇੱਕ ਹੋਰ ਲਓ 3 5 ਤੇ 2। ਯਾਨੀ ਕਿ ਜਦੋਂ ਆਪਾਂ ਇਹਨੂੰ ਆਪਾਂ ਫੋਲਡ ਕਰਕੇ ਬਣਾਇਆ ਉਹ ਕਿਹੜੀ ਬਣੀ ਇਹਨਾਂ ਦੀ, ਕਿਹੜਾ ਯਾਨੀ ਕਿ ਕਹਿ ਦਈਏ ਕਿਹੜੀ ਸਹੀ ਹੈ ਇਹਨਾਂ ਦੀ। ਹਾਂਜੀ ਆਪਾਂ ਪਹਿਲਾਂ ਇਹ ਦੇਖਦੇ ਹਾਂ 2 3, 2 ਦਾ ਆਪੋਜੀਟ ਕਿਹੜਾ ਵਾ 4, 2 ਤੇ 4 ਇਕੱਠੇ ਨਹੀਂ ਆ ਸਕਦੇ, 2 ਤੇ 4 ਇਕੱਠੇ ਨਹੀਂ, ਇੱਥੇ ਨਹੀਂ ਵਾਕਈ ਨਹੀਂ ਆਏ। 3 ਤੇ 5 ਇਕੱਠੇ ਨਹੀਂ ਆ ਸਕਦੇ ਕਿਉਂਕਿ ਆਪੋਜੀਟ ਫੇਸ ਕਦੇ ਵੀ ਨਹੀਂ ਇਕੱਠੇ ਆਉਂਦੇ, ਠੀਕ ਹੈ। 3 ਤੇ 5 ਇੱਥੇ ਨਹੀਂ ਇਕੱਠੇ ਆਏ, 6 ਤੇ 1 ਨਹੀਂ ਇਕੱਠੇ ਹੋਣੇ ਇੱਥੇ ਵਾਕਈ, ਇਹ ਯਾਨੀ ਕਿ ਸਹੀ ਲੱਗਦੀ ਹੈ, ਸਹੀ ਹੈਗੀ ਆ। ਹੁਣ ਆਪਾਂ ਦੇਖੋ ਇਹਨੂੰ, ਇੱਥੇ ਕੀ ਆ 2 1 6, ਇੱਥੇ 1 ਤੇ ਜੇ ਕੀ ਆ ਆਪੋਜੀਟ ਆ, ਬਟ ਇੱਥੇ ਕੀ ਆ ਰਿਹਾ ਇਕੱਠੇ ਆ ਸਕਦੇ, ਇਹ ਕੀ ਹੋ ਗਿਆ ਗੱਲ। ਇੱਥੇ ਕੀ ਆ 1 2 4, 2 ਤੇ 4 ਕੀ ਆ ਇੱਕ ਦੂਜੇ ਦੇ ਆਪੋਜੀਟ ਆ, ਇੱਥੇ ਕੀ ਆਪਾਂ ਨੂੰ ਐਡਜਸਟੈਂਟ ਦਿਖਾਏ ਪਏ ਆ, ਲਾਗਵੇਂ ਫੇਸ ਦਿਖਾਏ ਪਏ ਆ, ਇਹ ਵੀ ਕੀ ਆ ਗੱਲ। ਇੱਥੇ ਕਿੰਨਾ ਵਾ 3 2 5, 3 ਤੇ 5 ਕੀ ਆ ਹੈ ਕੀ ਆ ਆਪੋਜੀਟ ਫੇਸ ਆ, ਉਲਟ ਫੇਸ ਆ, ਬਟ ਇੱਥੇ ਕੀ ਆ ਲਾਗਵੇਂ ਦਿਖਾਏ ਹੋਏ ਆ, ਇਹ ਕੀ ਆ ਫਿਰ ਗੱਲ। ਇਹਦਾ ਆਨਸਰ ਜਾਂ ਕੀ ਹੋਰ ਹੋ ਸਕਦਾ 3 ਸਹੀ ਦੇ ਦੇਣਗੇ, ਕਹਿਣਗੇ ਵੀ ਕਿਹੜਾ ਗਲਤ ਵਾ, ਠੀਕ ਹੈ ਵੀ 3 ਸਹੀ ਹੋਣਗੇ ਇੱਕ ਗਲਤ ਹੋਣਗੇ। 3 ਤਰ੍ਹਾਂ ਕੁਐਸਚਨ ਆ ਸਕਦੇ ਆ ਤੇ ਸਾਰਿਆਂ ਨੂੰ ਸੌਖਾ ਕਿਹੜਾ ਵਾ ਇਹਦਾ ਆਪੋਜੀਟ। ਆਪੋਜੀਟ ਤਾਂ ਆਪਾਂ ਨੂੰ ਪਹਿਲਾਂ ਲੱਭਣਾ ਹੀ ਪੈਣਾ। ਹਾਂਜੀ ਹੁਣ ਅੱਗੇ ਗੱਲ ਕਰਦੇ ਹਾਂ ਇੱਕ ਹੋਰ ਟਾਈਪ ਆ ਸਟੈਂਡਰਡਾਈਜ਼। ਪਹਿਲਾਂ ਆਪਾਂ ਕੀਤੀ ਜਨਰਲਾਈਜ਼। ਜਨਰਲਾਈਜ਼ ਵਿੱਚ ਕੀ ਸੀਗਾ ਕਿ ਕੋਈ ਆਰਡਰ ਫਿਕਸ ਨਹੀਂ ਹੁੰਦੀ ਤੇ ਨਾ ਹੀ ਕਰੈਕਟਰ ਫਿਕਸ ਹੁੰਦੇ ਆ। ਓਪਨ ਵਿੱਚ ਕੀ ਆ, ਹਾਂਜੀ ਓਪਨ ਡਾਈਸ ਵਿੱਚ ਕੀ ਹੁੰਦਾ ਕਿ ਡਾਈਸ ਆਪਾਂ ਨੂੰ ਓਪਨ ਕਰਕੇ ਦੇ ਦਿੰਦੇ ਆ। ਹਾਂਜੀ ਹੁਣ ਤੀਜੀ ਟਾਈਪ ਸਟੈਂਡਰਡਾਈਜ਼, ਜਿੱਦਾਂ ਨਾਂ ਤੋਂ ਹੀ ਕਲੀਅਰ ਆ ਵੀ ਇਹਦੇ ਵਿੱਚ ਸਟੈਂਡਰਡ ਸੈੱਟ ਕੀਤੇ ਹੁੰਦੇ ਆ, ਆਰਡਰ ਕੋਈ ਫਿਕਸ ਹੁੰਦੀ ਆ, ਇਹਦੇ ਵਿੱਚ ਕੀ ਹੁੰਦੀ ਆ ਆਰਡਰ ਫਿਕਸ ਹੁੰਦੀ ਆ। ਜਿਹੜੀ ਡਾਈਸ ਅਸੀਂ ਲੂਡੋ ਖੇਡਣ ਲਈ ਵਰਤਦੇ ਆ ਉਹ ਆਮ ਕਰਕੇ ਕਿਹੜੀ ਹੁੰਦੀ ਆ ਸਟੈਂਡਰਡ ਡਾਈਸ ਹੁੰਦੀ ਆ। ਉਹਦੇ ਵਿੱਚ ਕੀ ਹੁੰਦੇ ਆ, ਇੱਕ ਤਾਂ ਕਰੈਕਟਰ ਫਿਕਸ ਹੁੰਦੇ ਆ 1 2 3 4 5 ਤੇ 6, ਉਹ ਰੋਮਨ ਅੰਕਾਂ 'ਚ ਵੀ ਹੋ ਸਕਦੇ ਆ, ਯਾਨੀ ਕਿ ਮਤਲਬ 1 ਤੋਂ ਲੈ ਕੇ 6 ਤੱਕ ਹੀ ਨਿਕਲੂਗਾ, ਤੇ ਜਾਂ ਉਹ ਡਾਟ ਵੀ ਹੋ ਸਕਦੀਆਂ ਵਾ, 3 ਡਾਟ ਲਾ ਦੇਣ 4 ਡਾਟ ਲਾ ਦੇਣ 5 ਲਾ ਦੇਣ 6, ਉਹਦਾ ਮਤਲਬ ਵੀ ਕੀ ਹੋਊਗਾ 1 ਤੋਂ ਲੈ ਕੇ 6 ਤੱਕ। ਉਹਦੇ ਵਿੱਚ ਆਰਡਰ ਕਿੱਦਾਂ ਫਿਕਸ ਹੁੰਦਾ ਵਾ, ਉਹਦੇ ਵਿੱਚ 1 2 3 4 5 ਤੇ 6, 1 ਦੀ ਆਪੋਜੀਟ ਕੀ ਹੋਊਗਾ 6 ਹੋਊਗਾ, 2 ਦੀ ਆਪੋਜੀਟ ਕੀ ਹੋਊਗਾ 5 ਫਿਕਸ ਹੋਊਗਾ, 3 ਦੇ ਆਪੋਜੀਟ ਕਿੰਨਾ ਹੋਣਾ ਵਾ 4 ਹੋਊਗਾ, ਤੇ 4 ਦੇ ਆਪੋਜੀਟ 10, ਕੁੱਲ ਮਿਲਾ ਕੇ ਜੋੜ ਕਿੰਨਾ ਬਣੂਗਾ 7 ਬਣੂਗਾ, ਜੋੜ ਕੇ ਬਣੂਗਾ 7। ਜੇ ਸਾਨੂੰ ਇੱਕ ਸਿੱਧਾ ਹੀ ਕੁਐਸਚਨ ਆਉਂਦਾ ਵੀ ਮੇਰੇ ਹੱਥ ਵਿੱਚ ਸਟੈਂਡਰਡ ਡਾਈਸ ਆ ਤੇ ਬੋਟਮ ਤੇ ਕਿੰਨਾ ਵਾ 3 ਆ, ਤੇ ਦੱਸੋ ਟੌਪ ਤੇ ਕਿੰਨਾ ਹੋਊਗਾ, ਨਾਰਥ ਵਿੱਚ 4 ਆ ਤੇ ਸਾਊਥ ਵਿੱਚ ਕਿੰਨਾ ਹੋਊਗਾ, ਠੀਕ ਹੈ। ਜਾਂ ਸਿੱਧਾ ਹੀ ਕਹਿ ਦੇਣਗੇ ਵੀ 6 ਦਾ ਆਪੋਜੀਟ ਦੱਸੋ ਕਿੰਨਾ ਹੋਊਗਾ, 6 ਦਾ ਆਪੋਜੀਟ 1। ਸਟੈਂਡਰਡ ਡਾਈਸ ਦੇ ਵਿੱਚ ਯਾਨੀ ਕਿ ਆਪੋਜੀਟ ਸਾਨੂੰ ਪਤਾ ਹੀ ਹੁੰਦੇ ਆ। ਜਾਂ ਸਿੱਧਾ ਵੀ ਕੁਐਸਚਨ ਆ ਸਕਦਾ ਵੀ ਸਟੈਂਡਰਡ ਡਾਈਸ ਦੇ ਆਪੋਜੀਟ ਫੇਸ ਦਾ ਜੋੜ ਕਿੰਨਾ ਹੁੰਦਾ। ਹੁਣ ਹੋਰ ਕਿਸ ਤਰ੍ਹਾਂ ਕੁਐਸਚਨ ਆ ਸਕਦੇ ਆ, ਆਪਾਂ ਨੂੰ
ਉਹੀ ਦੱਸ ਦੇਣਗੇ, 4 ਦੇਣਗੇ, ਉਹਨਾਂ ਵਿੱਚੋਂ ਦੱਸਣਗੇ ਵੀ ਕਿਹੜੀ ਸਟੈਂਡਰਡਾਈਜ਼ ਆ ਜਾਂ ਕਿਹੜੀ ਸਟੈਂਡਰਡਾਈਜ਼ ਨਹੀਂ ਗੀ। ਹੁਣ ਫਰਜ਼ ਕਰ ਲਓ ਆਪਾਂ ਇੱਕ ਪਾ ਦਿੰਦੇ ਹਾਂ 5 2 ਤੇ 1। ਹਾਂਜੀ ਦੇਖੋ ਇਹ ਸਟੈਂਡਰਡਾਈਜ਼ ਹੈ ਕਿ ਨਹੀਂ। ਇਹਦੇ ਵਿੱਚ ਐਡਜਸਟੈਂਟ ਫੇਸ ਆ ਜਿਹੜੇ ਉਹਨਾਂ ਦਾ ਜੋੜ ਕਿੰਨਾ ਬਣ ਰਿਹਾ 7। ਤੇ ਬਟ ਬਣਦਾ ਕੀ ਹੁੰਦਾ ਸਟੈਂਡਰਡਾਈਜ਼ ਵਿੱਚ ਆਪੋਜੀਟ ਫੇਸ ਦਾ ਬਣਦਾ ਹੁੰਦਾ। ਇਹ ਆਪੋਜੀਟ ਫੇਸ ਤਾਂ ਹੋ ਨਹੀਂ ਸਕਦੇ, ਇਹਦਾ ਮਤਲਬ ਇਹ ਸਟੈਂਡਰਡਾਈਜ਼ ਨਹੀਂ ਗੀ। ਇੱਦਾਂ ਹੀ ਤੁਸੀਂ ਗਾਂ ਵਾਲਾ ਵੀ ਡਿਸਾਈਡ ਕਰਨਾ ਵਾ। ਇੱਕ 5 देखो जे तो इत्थे मैं 2 लिख देना तो भी यह स्टैंडर्डाइज नहीं गी, तो जे मैं इत्थे 6 लिख देना तो भी स्टैंडर्डाइज नहीं गी। का तो क्योंकि जे तो मैं इत्थे 6 लिखता इन्हों का जोड़ 7 बन गया, स्टैंडर्डाइज ये भी नहीं गी क्योंकि स्टैंडर्डाइज में तो आपोजिट का जोड़ बनता होंगे, आपोजिट फेस का जोड़ कितना बनता होंगे 7। तो जे मैं इत्थे 2 लिख देंदा तो फिर भी यह की है स्टैंडर्डाइज नहीं। आपां नूं क्वेश्चन किदां आ सकते हैं, आपां नूं 4 स्टैंडर्डाइज विच भी 4 ऑप्शन आउणगीਆਂ ਜਾਂ ਤਾਂ ਕਹਿਣਗੇ ਇਹਨਾਂ ਵਿੱਚੋਂ ਕਿਹੜੀ ਸਟੈਂਡਰਡਾਈਜ਼ ਨਹੀਂ ਗੀ। ਬਾਕੀ 3 ਵਿੱਚ ਜੋੜ 7 ਨਹੀਂ ਬਣੂਗਾ, ਇੱਕ ਵਿੱਚ ਜੋੜ ਕਿੰਨਾ ਬਣੂਗਾ ਐਡਜਸਟੈਂਟ ਫੇਸ ਦਾ 7 ਬਣਦਾ ਹੋਊਗਾ। ਇਹਦਾ ਮਤਲਬ ਜਿਹਦੇ ਵਿੱਚ ਐਡਜਸਟੈਂਟ ਫੇਸ ਦਾ ਜੋੜ 7 ਬਣ ਗਿਆ ਉਹ ਸਟੈਂਡਰਡਾਈਜ਼ ਨਹੀਂ ਗੀ। ਤੇ ਜਾਂ ਕੀ ਹੋ ਸਕਦਾ ਦੂਜਾ ਕੁਐਸਚਨ ਕੀ ਆ ਸਕਦਾ ਵਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਸਟੈਂਡਰਡਾਈਜ਼ ਹੋ ਸਕਦੀ। ਉਦੋਂ ਕੀ ਹੋਊਗਾ ਬਾਕੀ ਤਿੰਨਾਂ ਦੇ ਵਿੱਚ ਜੋੜ ਕਿੰਨਾ ਬਣਦਾ ਹੋਊਗਾ 7 ਬਣਦਾ ਹੋਊਗਾ ਤੇ ਇੱਕ ਦੇ ਵਿੱਚ ਜੋੜ 7 ਨਹੀਂ ਬਣਦਾ। ਜਿਹਦੇ ਵਿੱਚ ਜੋੜ 7 ਨਹੀਂ ਬਣਦਾ ਉਹ ਸਟੈਂਡਰਡਾਈਜ਼ ਹੋ ਸਕਦੀ। ਹਾਂਜੀ ਇਹ ਸੀਗੇ 3 ਟਾਈਪਸ। ਇੱਕ ਵਾਰੀ ਫਿਰ ਆਪਾਂ ਰੀਕਾਲ ਕਰਦੇ ਹਾਂ ਤਿੰਨੋਂ ਟਾਈਪਸ ਨੂੰ। ਹਾਂਜੀ ਜਨਰਲ ਟਾਈਪ ਦੇ ਵਿੱਚ ਸਭ ਨਾਲੋਂ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਕੀ ਸੀਗੀ, ਉਹਦੇ 'ਚ 2 ਨੰਬਰ ਕਾਮਨ ਸੀ। ਇੱਕ ਦਾ ਇੱਕ ਸੀਗਾ ਇੱਕ 1 ਜਿਹੜਾ ਫੇਸ ਕਾਮਨ ਸੀਗਾ ਉਹ मैं दसिया सी इंपोर्टेंट आ, वो एक बार फिर देख लो। ਉਹਦੇ ਵਾਸਤੇ ਆਪਾਂ ਲਿਖਿਆ 4 5 2, ਹੁਣ ਮੈਂ ਬਣਾਉਂਦਾ ਨਹੀਂ ਗਾ, ਸਮਝ ਲੈ ਡਾਈਸ ਬਣ ਗਈ। ਤੇ ਇੱਕ ਪਾਸੇ ਹੈਗਾ ਵਾ 2 3 ਤੇ 1। ਹੁਣ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਯਾਨੀ ਕਿ ਸਟਾਪ ਕਰਕੇ ਆਪ ਪਤਾ ਲਾਓ ਵੀ ਕਿਹੜਾ ਕਿਹੜੇ ਆਪੋਜੀਟ ਆ। ਦੇਖੋ ਤੁਸੀਂ ਤੇ ਸਟਾਪ ਕਰ ਸਕਦੇ ਹੋ, ਮੈਂ ਕੈਰੀ ਕਰਦਾ। ਆਪਾਂ ਕਲੌਕਵਾਈਜ਼ ਚੱਲੇ 2 5 ਤੇ 4। ਉਧਰੋਂ ਲੱਗੋ 2 ਤੋਂ ਸਟਾਰਟ ਕਰਨਾ, ਜਿਹੜਾ ਕਾਮਨ ਆ ਉੱਥੋਂ ਸਟਾਰਟ ਕਰਨਾ। 2 ਇਸ ਤੋਂ ਅੱਗੇ 3 ਇਸ ਤੋਂ ਅੱਗੇ 1। 4 ਦੇ ਆਪੋਜੀਟ 1, ਇਹਦੇ 3 ਤੇ 5 ਆ ਜਿਹੜੇ ਉਹ ਇੱਕ ਦੂਜੇ ਦੇ ਆਪੋਜੀਟ ਆ। 2 ਦੇ ਆਪੋਜੀਟ ਕਿਹੜਾ ਰਹਿ ਗਿਆ ਫਿਰ, ਕਿਹੜਾ ਰਹਿ ਗਿਆ ਇੱਥੇ 6। 2 ਦਾ ਆਪੋਜੀਟ ਕੀ ਆ 6। ਇੱਕ ਤਾਂ ਇਹ ਸੀਗਾ। ਦੂਸਰਾ ਕੀ ਸੀ ਆਪਾਂ ਜਨਰਲ ਡਾਈਸ ਵਿੱਚ ਕੀਤਾ ਸੀ, ਜੇ 2 ਕਾਮਨ ਹੋਣ 2 ਫੇਸ ਕਾਮਨ ਆ ਉਹ ਸੈਕਿੰਡ ਉਹਦੀ ਸੀਗੀ। ਉਹਦੇ ਵਾਸਤੇ ਆਪਾਂ 2 ਕਾਮਨ ਲੈ ਲੈਣੇ ਆ। ਉਹਦੇ ਵਿੱਚ ਕਿੰਨਾ ਇੱਥੇ ਲੈ ਲੈਣੇ 2 3 5। ਇਹ ਡਾਈਸ ਹੀ ਆ, ਹੁਣ ਮੈਂ ਜਲਦੀ ਜਲਦੀ ਬਣਾ ਰਿਹਾ। ਇੱਥੇ ਫਰਜ਼ ਕਰ ਲਓ ਹੈਗਾ 3 2 ਤੇ 1। ਹਾਂਜੀ ਇਹਦੇ ਵਿੱਚ ਕੀ ਆ ਸੀ ਪਹਿਲਾਂ 2 ਦੇਖੋ ਕਿਹੜੇ ਕਿਹੜੇ ਕਾਮਨ ਆ। 3 ਤੇ ਇੱਧਰੋਂ 3 ਗਿਆ, 2 ਦਾ 2, 1 ਤੇ 5 ਆਪੋਜੀਟ। 1 ਤੇ 5 ਕੀ ਆ ਆਪੋਜੀਟ। ਜੇ ਸਾਨੂੰ ਆ ਜਾਂਦਾ 1 ਦਾ ਆਪੋਜੀਟ ਕੀ ਆ 5 ਤੇ 5 ਦਾ ਆਪੋਜੀਟ ਕੀ ਆ 1। ਇਹਦਾ ਆਨਸਰ ਅਸੀਂ ਦੇ ਸਕਦੇ ਹਾਂ, ਠੀਕ ਹੈ, ਬਿਨਾਂ ਕਿਸੇ ਰੁਕਾਵਟ ਤੋਂ। ਜਾਣੀ ਹੁਣ ਕੀ ਆ ਬਾਕੀ ਕੀ ਰਹਿ ਗਿਆ ਇੱਥੇ, ਜੇ ਸਾਨੂੰ ਕੁਐਸਚਨ ਆ ਜਾਂਦਾ 2 ਦਾ ਆਪੋਜੀਟ ਕੀ ਹੈ। ਹੁਣ 2 ਦਾ ਆਪੋਜੀਟ ਕੀ ਆ 3 ਤਾਂ ਹੋ ਨਹੀਂ ਸਕਦਾ, ਬਾਕੀ ਕਿੰਨੇ ਰਹਿ ਗਏ 4 ਤੇ 6। ਜਾਂ ਤਾਂ 2 ਦਾ ਆਪੋਜੀਟ ਕਿੰਨਾ ਹੋਊਗਾ 4 ਤੇ 6 ਹੋਊਗਾ, ਜਾਂ ਕੀ ਆ ਜੇ ਇਹ 4 ਵੀ ਆਪਸ਼ਨ ਵਿੱਚ ਆ 6 ਵੀ ਆਪਸ਼ਨ ਆ ਇਹ ਨਹੀਂ ਗਾ, ਫਿਰ ਕੀ ਹੋਊਗਾ ਆਨਸਰ ਪਤਾ ਨਹੀਂ ਕਰ ਸਕਦੇ। cannot be determined, cannot be determined। ਤੇ ਹਾਂਜੀ ਓਪਨ ਡਾਈਸ ਦੇ ਵਿੱਚ ਕੀ ਕੀਤਾ ਸੀਗਾ ਆਪਾਂ, ਫਿਰ ਆਪਾਂ ਦੇਖੀ ਓਪਨ ਡਾਈਸ। ਓਪਨ ਡਾਈਸ ਦਾ ਸੌਖਾ ਫੰਡਾ ਹੀ ਹੈ, ਕਿਸੇ ਨੂੰ ਵੀ A B C D E ਤੇ F। ਇਹਦੇ ਵਿੱਚ ਕੀ ਕਰਨਾ, ਕਿਸੇ ਵੀ ਅਸੀਂ ਸਟ੍ਰੇਟ ਲਾਈਨ 'ਚ ਆਉਣਾ 3 ਜਾਂ 4 ਜਿਹਦੇ ਵਿੱਚ ਹੋਣ। ਫਿਰ ਕੀ ਆ B ਦੇ ਨਾਲ ਦਾ ਤਾਂ ਹੋ ਨਹੀਂ ਸਕਦਾ ਆਪੋਜੀਟ, ਇਹ ਤੋਂ ਅਗਲਾ ਲੈਣਾ ਨਾਲ ਦੇ ਤੋਂ ਨੈਕਸਟ ਕਿੰਨਾ ਆ ਗਿਆ B ਤੇ C ਇੱਕ ਦੂਜੇ ਦੇ ਆਪੋਜੀਟ ਆ। ਇੱਦਾਂ ਹੀ C ਤੋਂ D ਤੇ ਬਾਕੀ ਕਿਹੜੇ ਰਹਿ ਗਏ A ਤੇ E। ਇਹ ਆਪੋਜੀਟ ਦੇਖਣੇ ਆ, ਇਹ ਪਤਾ ਲੱਗਣਾ ਚਾਹੀਦਾ। ਜਦੋਂ ਅਸੀਂ ਆਪੋਜੀਟ ਪਤਾ ਕਰ ਲਏ ਫਿਰ ਬਾਕੀ ਕੁਐਸਚਨ ਬਹੁਤ ਈਜ਼ੀ ਹੁੰਦੇ ਆ। ਤੇ ਤੀਜੀ ਕੀ ਆ ਸਟੈਂਡਰਡਾਈਜ਼। ਸਟੈਂਡਰਡਾਈਜ਼ ਵਿੱਚ ਕੀ ਹੁੰਦਾ ਵਾ ਕਿ ਸਟੈਂਡਰਡ ਸੈਟ ਹੀ ਕੀਤਾ ਹੁੰਦਾ ਵਾ ਕਿ 1 ਦੇ ਆਪੋਜੀਟ ਕਿੰਨਾ ਹੋਣਾ 6 ਹੋਣਾ,
2 ਦੇ ਆਪੋजिट कितना होना 5 होना, 3 ਦੇ ਆਪੋजिट 4 होना। एक ਦੇ ਨਾਲ 6, 3 ਦੇ ਨਾਲ 4 ਤੇ 2 ਦੇ ਨਾਲ 5। ठीक है, यानी कि ਆਪੋजिट फेस ਦਾ ਜੋੜ ਕਿੰਨਾ ਹੋਊਗਾ 7 ਹੋਊਗਾ। ठीक है, ਇਹ ਸੀ ਤਿੰਨੋਂ ਟਾਈਪਸ। ਤੇ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਹੈ। ਜੇ ਤੁਹਾਨੂੰ ਵੀਡੀਓ ਇੱਕ ਵਾਰੀ ਨਹੀਂ ਸਮਝ ਆਉਂਦੀ ਦੁਬਾਰਾ ਸਟਾਪ ਕਰਕੇ ਪੌਜ਼ ਕਰਕੇ ਦੇਖੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਠੀਕ ਹੈ ਜੀ, ਬਾਏ ਬਾਏ।